हाँ ਵੀਰੋ, ਜੈ ਭੀਮ ਜੈ ਭਾਰਤ ਨਮੋ ਬੁੱਧਾ। ਇੱਥੇ ਮੈਂ ਸੰਵਿਧਾਨਕ ਸੰਘਰਸ਼ ਦੀ ਅਗਲੀ ਕੜੀ ਦੇ ਵਿੱਚ ਇਸ ਤੋਂ ਪਹਿਲਾਂ ਜ਼ਿਕਰ ਕੀਤੇ ਸੰਵਿਧਾਨਕ ਪ੍ਰਬੰਧਾਂ ਦੇ ਪ੍ਰਸੰਗ ਵਿੱਚ ਹੀ ਕੁਝ ਹੋਰ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇਸ ਕਰਕੇ ਕਿ ਹਰ ਮਨੁੱਖ ਨੂੰ ਜੋ ਵੀ ਘੱਟੋ ਘੱਟ ਮੈਨੂੰ ਸੁਣੇ, ਉਹਨੂੰ ਕੁਝ ਬੁਨਿਆਦੀ ਗੱਲਾਂ ਜਿਹੜੀਆਂ ਸੰਵਿਧਾਨ 'ਚ ਦਿੱਤੀਆਂ ਗਈਆਂ ਉਹਨਾਂ ਦੀ ਸਮਝ ਲੱਗ ਸਕੇ। ਬੋਲਣ ਦਾ ਇੱਕ ਮਕਸਦ ਹੁੰਦਾ ਹੈ ਕਿ ਅਨਪੜ੍ਹ ਆਦਮੀ ਵੀ ਸੁਣ ਕੇ ਸਮਝ ਸਕਦਾ ਹੈ, ਪੜ੍ਹਿਆ ਲਿਖਿਆ ਮਨੁੱਖ ਪੜ੍ਹ ਸਕਦਾ ਹੈ, ਅਨਪੜ੍ਹ ਆਦਮੀ ਸੁਣ ਸਕਦਾ। ਇਹ ਗੱਲਾਂ ਦੇਖਣ ਨਾਲ ਉਨੀਆਂ ਸਮਝ ਨਹੀਂ ਆ ਸਕਦੀਆਂ ਜਿੰਨੀਆਂ ਪੜ੍ਹਨ ਜਾਂ ਸੁਣਨ ਨਾਲ ਸਮਝ ਆ ਸਕਦੀਆਂ। ਸਾਨੂੰ ਸੰਵਿਧਾਨ ਨੇ ਪੜ੍ਹਨ ਦਾ ਮੌਕਾ ਦਿੱਤਾ, ਸੁਣਨ ਦਾ ਮੌਕਾ ਦਿੱਤਾ, ਬੋਲਣ ਦਾ ਮੌਕਾ ਦਿੱਤਾ। ਹੁਣ ਉਹ ਲੋਕ ਜਿਹੜੇ ਭਾਰਤੀ ਸੰਵਿਧਾਨ ਦੇ ਖਿਲਾਫ ਹੈ ਔਰ ਜਿਹੜੇ ਸੱਤਾ 'ਚ ਹੈ, ਜਿਨ੍ਹਾਂ ਨੇ 26 ਨਵੰਬਰ 1949 ਨੂੰ ਹੀ ਭਾਰਤ ਦੇ ਸੰਵਿਧਾਨ ਦੇ ਖਿਲਾਫ ਬਤਾ ਪਾਇਆ ਕਿ ਇਹ ਉਹਨਾਂ ਨੂੰ ਪ੍ਰਵਾਨ ਨਹੀਂ ਹੈ, ਤੁਸੀਂ ਅਸੀਂ ਇਹ ਵੇਖਣਾ ਕਿ ਉਹਨਾਂ ਨੂੰ ਪ੍ਰਵਾਨ ਕਿਉਂ ਨਹੀਂ। ਅਸੀਂ ਇਸ ਗੱਲ ਦਾ ਵਿਰੋਧ ਕਰਨ ਦੀ ਥਾਂ ਤੇ ਕਿ ਉਹ ਸੰਵਿਧਾਨ ਵਿਰੋਧੀ ਹੈ, ਇੰਨੀ ਗੱਲ ਨਾਲ ਤਸੱਲੀ ਪ੍ਰਗਟ ਕਰ ਲੈਣ ਨਾਲ ਗੱਲ ਨਹੀਂ ਬਣਦੀ। ਅਸੀਂ ਤਾਂ ਇਹ ਵੇਖਣਾ ਕਿ ਉਹ ਸੰਵਿਧਾਨ ਵਿਰੋਧੀ ਕਿਉਂ ਹੈ। ਅਗਰ ਇਹਦੀ ਗੱਲ ਸਾਡੀ ਸਮਝ ਪੈਂਦੀ ਹੈ ਤਦ ਉਹਨਾਂ ਦੇ ਵਿਰੋਧੀ ਮਤੇ ਦੀ ਵੀ ਗੱਲ ਸਮਝ ਪੈਂਦੀ ਹੈ, ਔਰ ਉਸ ਤੋਂ ਵੀ ਵੱਧ ਸਾਨੂੰ ਸੰਵਿਧਾਨ ਦੀ ਸਮਝ ਪੈਂਦੀ ਹੈ। ਇਹ ਲੋਕ ਕਹਿੰਦੇ ਸਾਨੂੰ ਸੰਵਿਧਾਨ में प्रमाण नहीं है, स्वीकार नहीं है। ਇਹ ਲੋਕ ਸੰਵਿਧਾਨ ਦੇ ਖਿਲਾਫ ਅੱਜ ਤੱਕ ਵੀ ਜ਼ਹਿਰ ਘੋਲਦੇ ਆ, ਔਰ ਇਸ ਤੋਂ ਵੀ ਜ਼ਿਆਦਾ ਉਹਦੇ ਰਚਨਹਾਰ ਡਾਕਟਰ ਅੰਬੇਡਕਰ ਦੇ ਖਿਲਾਫ ਕਿਸੇ ਵੀ ਹੱਦ ਤੱਕ ਜਾ ਕੇ ਮੰਦੇ ਸ਼ਬਦ ਬੋਲਦੇ ਆ। ਤਾਂ ਇਹ ਮਾਨਸਿਕਤਾ ਕਿਉਂ ਹੈ? ਸਾਡੀ ਸਮਝ ਇਹ ਆਉਣੀ ਚਾਹੀਦੀ ਹੈ ਕਿ ਮਾਨਸਿਕਤਾ ਦਾ ਕਾਰਨ ਕੀ ਹੈ। ਮੇਰਾ ਜ਼ਿਆਦਾ ਧਿਆਨ ਇਸ ਗੱਲ ਵੱਲ ਹੈ ਕਿ ਜਿਸ ਸੰਵਿਧਾਨ ਨੇ ਭਾਰਤ ਦੀ ਤਕਦੀਰ ਬਦਲੀ ਹੈ ਉਹਦੇ ਖਿਲਾਫ ਇਹ ਲੋਕ ਕਿਉਂ ਹੈ। ਹੁਣ ਤੁਸੀਂ ਦੇਖੋ ਕਿ ਸੰਵਿਧਾਨ ਨੇ ਬੁਨਿਆਦੀ ਅਧਿਕਾਰਾਂ 'ਚ ਦਿੱਤਾ ਹੈ ਕਿ ਮਨੁੱਖ ਆਜ਼ਾਦ ਹੋਏਗਾ। 26 ਜਨਵਰੀ 1950 ਤੋਂ ਬਾਅਦ ਭਾਰਤ ਦਾ ਮਨੁੱਖ ਆਜ਼ਾਦ ਹੋ ਗਿਆ ਸੰਵਿਧਾਨਿਕ ਤੌਰ ਤੇ। ਕਿਉਂ ਆਜ਼ਾਦ ਹੋ ਗਿਆ? ਕਿਉਂਕਿ ਉਹ ਗੁਲਾਮ ਹੈ। ਹੁਣ ਅਸੀਂ ਸਾਰਾ ਜ਼ੋਰ ਇਸ ਗੱਲ ਤੇ ਲਾਤਾ ਕਿ ਭਾਰਤ ਦਾ ਮਨੁੱਖ ਅੰਗਰੇਜ਼ਾਂ ਦਾ ਗੁਲਾਮ ਸੀ, ਅੰਗਰੇਜ਼ ਚਲੇ ਗਏ ਤੇ ਉਹ ਆਜ਼ਾਦ ਹੋ ਗਿਆ। ਇਹ 99% ਬੇਤੁਕੀ ਦਲੀਲ ਹੈ। ਭਾਰਤੀ ਸੰਵਿਧਾਨ 'ਚ ਅੰਗਰੇਜ਼ਾਂ ਦੇ ਰਾਜ ਦੀ ਅਧੀਨਗੀ ਦਾ ਜ਼ਿਕਰ ਨਹੀਂ ਹੈ। ਸਭ ਤੋਂ ਵੱਧ ਜ਼ਿਕਰ ਕੀ ਹੈ? ਉਹ ਗੁਲਾਮੀ ਜਿਹੜੀ ਹਜ਼ਾਰਾਂ ਸਾਲ ਤੋਂ ਮਨੁੱਖ ਨੇ ਝੱਲੀ ਹੈ, ਸਭ ਤੋਂ ਵੱਧ ਜ਼ਿਕਰ ਉਸਦਾ ਹੈ। ਹੁਣ ਭਾਰਤੀ ਸੰਵਿਧਾਨ ਸਾਨੂੰ ਬੋਲਣ ਦਾ ਅਧਿਕਾਰ ਦਿੰਦਾ। ਇੱਕ ਤੁਹਾਨੂੰ ਬੋਲਣ ਦੀ ਆਜ਼ਾਦੀ ਮਿਲੀ, ਤੁਹਾਨੂੰ ਪੜ੍ਹਨ ਦਾ ਅਧਿਕਾਰ ਦਿੱਤਾ, ਪੜ੍ਹਨ ਦੀ ਆਜ਼ਾਦੀ ਮਿਲੀ। ਤੁਹਾਨੂੰ ਸੁਣਨ ਦਾ ਅਧਿਕਾਰ ਦਿੱਤਾ, ਸੁਣਨ ਦੀ ਆਜ਼ਾਦੀ ਮਿਲੀ। ਤੁਹਾਨੂੰ ਲਿਖਣ ਦਾ ਅਧਿਕਾਰ ਦਿੱਤਾ, ਲਿਖਣ ਦੀ ਆਜ਼ਾਦੀ ਮਿਲੀ।
ਤੁਹਾਨੂੰ ਦਿਲ ਦੀ ਗੱਲ ਕਹਿਣ ਦਾ ਅਧਿਕਾਰ ਦਿੱਤਾ, ਤੁਹਾਨੂੰ ਆਪਣੇ ਭਾਵਨਾਵਾਂ ਪ੍ਰਗਟ ਕਰਨ ਦੀ ਆਜ਼ਾਦੀ ਦਿੱਤੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਬ੍ਰਾਹਮਣੀ ਵਿਵਸਥਾ ਨੇ, ਜਾਤੀ ਵਿਵਸਥਾ ਨੇ, ਵਰਣ ਵਿਵਸਥਾ ਨੇ, ਵੇਦਾਂ ਸ਼ਾਸਤਰਾਂ ਦੀ ਵਿਵਸਥਾ ਨੇ ਭਾਰਤ ਦੇ ਸ਼ੂਦਰਾਂ ਨੂੰ ਤੇ ਭਾਰਤ ਦੀਆਂ ਔਰਤਾਂ ਨੂੰ ਨਾ ਤਾਂ ਪੜ੍ਹਨ ਦਾ ਅਧਿਕਾਰ ਦਿੱਤਾ, ਨਾ ਸੁਣਨ ਦਾ ਅਧਿਕਾਰ ਦਿੱਤਾ, ਨਾ ਬੋਲਣ ਦਾ ਅਧਿਕਾਰ ਦਿੱਤਾ, ਨਾ ਲਿਖਣ ਦਾ ਅਧਿਕਾਰ ਦਿੱਤਾ, ਨਾ ਦਿਲ ਦੀ ਗੱਲ ਕਹਿਣ ਦਾ ਅਧਿਕਾਰ ਦਿੱਤਾ। ਔਰ ਜੇ ਕਿਸੇ ਨੇ ਇਹਨਾਂ ਅਧਿਕਾਰਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਸ਼ੰਭੂ ਵਾਂਗ ਉਹਦਾ ਗਲਾ ਉਤਾਰਤਾ, ਉਹਨੂੰ ਜਿਉਂਦੇ ਸਾੜਤਾ, ਉਹਨੂੰ ਸਾਹਮਣੇ ਖੜਾ ਕਰਕੇ ਅੱਗ ਲਾਤੀ, ਉਹਦੀ ਇੱਜ਼ਤ ਲੁੱਟ ਲਈ, ਉਹਦੇ ਘਰ ਨੂੰ, ਕੁੱਲੀ ਨੂੰ ਅੱਗ ਲਾਤੀ, ਉਹਨੂੰ ਨੰਗਾ ਕਰਕੇ ਘੁਮਾਇਆ, ਉਹਦੇ ਮੂੰਹ ਤੇ ਗੂੰ ਮੂਤ ਬੰਨਿਆ, ਕੁੱਤਿਆਂ ਨੂੰ ਪਾਤਾ, ਉਹਨੂੰ ਧਰਤੀ 'ਚ ਗੱਡਦਾ, ਪੁੱਠਾ ਲਟਕਾਤਾ, ਉਹਦੀ ਜੀਭ ਕੱਟਦੀ, ਉਹਦੇ ਨੱਕ ਕੱਟਦੇ, ਉਹਦੇ ਕੰਨ ਕੱਟਦੇ, ਉਹਦੀਆਂ ਲੱਤਾਂ ਬਾਹਾਂ ਤੋੜਤੀਆਂ। ਔਰ ਇਹ ਕਹਾਣੀ ਜਿਹੜੀ ਜਵਾਨੀ ਨਹੀਂ ਹੈ, ਇਹ ਕਹਾਣੀ ਕੋਈ ਜਵਾਨੀ ਕਹਾਣੀ ਨਹੀਂ ਹੈ, ਇਹ ਮਨੁ ਸਿਮਰਤੀ 'ਚ ਲਿਖਿਆ ਹੈ ਸਾਰਾ ਕੁਝ ਕਿ ਅਗਰ ਕੋਈ ਬ੍ਰਾਹਮਣ ਦੇ, ਈਸ਼ਵਰ ਦੇ ਇਹਨਾਂ ਬੰਦਸ਼ਾਂ ਨੂੰ ਤੋੜਦਾ ਹੈ, ਉਲੰਘਣਾ ਕਰਦਾ ਇਹਦੀ, ਤਾਂ ਉਹਦੀਆਂ ਸਜ਼ਾਵਾਂ ਕੀ ਹੋਣਗੀਆਂ। ਔਰ ਉਹਨਾਂ ਸਜ਼ਾਵਾਂ ਦਾ ਅਮਲ ਕਰਨ ਵਾਸਤੇ ਰਾਜੇ ਨੂੰ ਕਿਹਾ ਗਿਆ, ਮਨੁ ਸਿਮਰਤੀ 'ਚ ਰਾਜੇ ਨੂੰ ਕਿਹਾ ਗਿਆ ਕਿ ਤੇਰਾ ਕੰਮ ਹੈ। ਰਾਜਾ ਕੌਣ ਸੀ? ਕਸ਼ਤਰੀ ਜਾਂ ਬ੍ਰਾਹਮਣ ਖੁਦ? ਉਹਨਾਂ ਦੋਨਾਂ ਨੇ ਕੀ ਕੀਤਾ ਕਿ ਮਨੁ ਸਿਮਰਤੀ ਲਾਗੂ ਕੀਤੀ ਔਰ ਹਜ਼ਾਰਾਂ ਸਾਲ ਤੋਂ ਬੋਲਣਾ, ਪੜ੍ਹਨਾ, ਸਿੱਖਣਾ, ਕਹਿਣਾ, ਦੇਖਣਾ, ਇਹ ਸਭ ਬੰਦ ਕਰ ਰੱਖਿਆ। ਹੁਣ ਸਾਡੀ ਸਮਝ 'ਚ ਤਾਂ ਇਹ ਗੱਲ ਆਉਣੀ ਚਾਹੀਦੀ ਹੈ ਕਿ ਹਜ਼ਾਰਾਂ ਸਾਲਾਂ ਦੀ ਬ੍ਰਾਹਮਣ ਦੀ ਪ੍ਰਥਾ ਨੂੰ ਭਾਰਤੀ ਸੰਵਿਧਾਨ ਨੇ ਤੋੜ ਕੇ ਬੋਲਣ ਦੀ, ਲਿਖਣ ਦੀ, ਸੁਣਨ ਦੀ, ਦੇਖਣ ਦੀ ਔਰ ਦਿਲ ਦੀ ਗੱਲ ਕਹਿਣ ਦੀ ਪੂਰਨ ਆਜ਼ਾਦੀ ਦਿੱਤੀ ਹੈ, ਬੁਨਿਆਦੀ ਅਧਿਕਾਰ ਦਿੱਤਾ ਹੈ। ਹੁਣ ਤੁਸੀਂ ਕਹੋ ਕਿ ਇਹ ਗੱਲਾਂ ਬ੍ਰਾਹਮਣ ਲਿਖ ਸਕਦਾ ਜਾਂ ਖੱਤਰੀ ਲਿਖ ਸਕਦਾ ਜਾਂ ਵੈਸ਼ ਲਿਖ ਸਕਦਾ? ਇਜ਼ ਇਟ ਪੋਸੀਬਲ? ਕੀ ਇਹ ਸੰਭਵ ਹੈ? ਜਿਹਦੇ ਗ੍ਰੰਥਾਂ 'ਚ, ਜਿਹਦੇ ਧਰਮ 'ਚ, ਜਿਹਦੀ ਜਾਤ 'ਚ ਇਹ ਬੰਦਸ਼ਾਂ ਲੱਗੀਆਂ, ਇਹ ਸਜ਼ਾਵਾਂ ਮਿਲ ਗਈਆਂ, ਕਿ ਉਹ ਤੁਹਾਨੂੰ ਸੰਵਿਧਾਨਕ ਅਧਿਕਾਰ ਦੇਗਾ, ਬੁਨਿਆਦੀ ਅਧਿਕਾਰ ਦੇਗਾ? ਉਹ ਤਾਂ 26 ਨਵੰਬਰ ਨੂੰ ਮਤਾ ਪਾਸ ਕਰਦਾ ਹੈ ਕਿ ਇਹ ਸੰਵਿਧਾਨ ਸਾਨੂੰ ਪ੍ਰਮਾਣ ਨਹੀਂ ਹੈ। ਤੇ ਕੌਣ ਕਰ ਸਕਦਾ ਹੈ? ਕੀ ਕਿਸੇ ਸਿੱਖ ਬੰਦੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਜਿਹੜੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕਰਦੇ, ਕਿ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਅਧਿਕਾਰ ਦੇਣਗੇ? ਕੀ ਕਿਸੇ ਮੁਸਲਮਾਨ ਬੰਦੇ ਤੋਂ, ਸਕਾਲਰ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਭਾਰਤ ਦੇ ਲੋਕਾਂ ਨੂੰ ਇਹ ਸਾਰੇ ਅਧਿਕਾਰ ਦੇਗਾ? ਤੁਹਾਡੇ ਕੋਲ ਕੋਈ ਹੈ ਇਹ ਦਲੀਲ ਕਿ ਕੋਈ ਮਨੁੱਖ ਬੁਨਿਆਦੀ ਤੌਰ ਤੇ ਤੁਹਾਨੂੰ ਇਹ ਅਧਿਕਾਰ ਦੇ ਸਕਦਾ ਹੈ? ਇਹ ਹੈ ਮੂਲ ਕਾਰਨ, ਇਹ ਮੂਲ ਦਲੀਲ। ਔਰ ਉਹ ਬੁਨਿਆਦੀ ਸੱਚ ਜਿਹੜਾ ਇਹ ਸਾਬਤ ਕਰਦਾ ਹੈ ਕਿ ਕਿਸੇ ਦਬੇ ਕੁਚਲੇ ਮਨੁੱਖ ਤੋਂ ਬਿਨਾਂ ਇਹਨਾਂ ਅਧਿਕਾਰਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਔਰ ਫਿਰ ਉਹਦੀ ਲਿਆਕਤ,
ਉਹਦੀ ਉੱਚਮਤਾ, ਉੱਤਮਤਾ ਨਹੀਂ, ਉਸਦੀ ਉੱਚਮਤਾ ਔਰ ਉਹਦੀ ਬੁੱਧੀ ਦਾ ਸਿਖਰ, ਉਹਦੀ ਵਿਦਵਤਾ ਦਾ ਸਿਖਰ ਇਹ ਪ੍ਰਮਾਣਿਤ ਕਰਦਾ ਹੈ ਕਿ ਡਾਕਟਰ ਅੰਬੇਡਕਰ ਹੀ ਕਰ ਸਕਦਾ ਸੀ। ਇਹ ਗੱਲ ਡਾਕਟਰ ਅੰਬੇਡਕਰ ਹੀ ਕਰ ਸਕਦੇ ਸੀ। ਪੰਡਿਤ ਜਵਾਹਰ ਲਾਲ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਨੋਕ ਝੋਕ ਹੋ ਰਹੀ ਹੈ ਸੰਸਦ ਦੇ ਵਿੱਚ। ਉਹ ਬਤੌਰ ਪ੍ਰਧਾਨ ਮੰਤਰੀ ਬੈਠਾ ਹੈ ਔਰ ਬਾਬਾ ਸਾਹਿਬ ਨੂੰ ਸੰਵਿਧਾਨਕ ਚਰਚਾ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਕਿਸੇ ਦੇਸ਼ ਦੇ ਵਿੱਚ ਇਹ ਅਧਿਕਾਰਾਂ ਦੀ ਗੱਲ ਚੱਲੀ, ਕਿਸੇ ਸਮਾਜ ਦੀ, ਔਰ ਉਹਨੂੰ ਅਧਿਕਾਰ ਦੇਣ ਵਾਸਤੇ ਉੱਥੋਂ ਦੇ ਪ੍ਰਧਾਨ ਨੇ, ਮੁਖੀ ਨੇ ਅਲੱਗ-ਅਲੱਗ ਤਰੀਕੇ ਸੁਝਾਏ। ਔਰ ਉਹ ਜਿਹੜਾ ਸਮਾਜ ਦਾ ਮੁਖੀ ਸੀ, ਜਿਹੜਾ ਅਧਿਕਾਰ ਲੈਣ ਵਾਸਤੇ ਲੜ ਰਿਹਾ ਸੀ, ਬਾਬਾ ਸਾਹਿਬ ਕਹਿੰਦੇ ਉਹਨੇ ਕਿਹਾ ਕਿ ਤੁਸੀਂ ਆਪਣੀਆਂ ਦਲੀਲਾਂ ਆਪਣੇ ਕੋਲ ਰੱਖੋ, ਮੈਨੂੰ ਮੇਰੇ ਅਧਿਕਾਰ ਦਿਓ। ਇਹ ਗੱਲ ਸੰਸਦ 'ਚ ਹੋਈ ਹੈ। ਹੁਣ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੰਵਿਧਾਨ ਲਿਖ ਰਹੇ ਹੋਣ ਔਰ ਉਹ ਗੁਲਾਮੀ ਦੇ ਸਾਰੇ ਬੰਧਨ ਆ ਜਿਹੜੇ ਤੋੜ ਦਿੰਦਾ, ਇਹ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ? ਔਰ ਫਿਰ ਉਹ ਸਾਰੀਆਂ ਮਨੂ ਸਿਮਰਤੀ ਦੀਆਂ ਬ੍ਰਾਹਮਣਕ ਬੰਦਸ਼ਾਂ ਜਿਹੜੀਆਂ ਉਹਨਾਂ ਨੂੰ ਢਾਹ ਢੇਰੀ ਨਾ ਕਰਨ, ਇਹ ਕਿਵੇਂ ਹੋ ਸਕਦਾ ਹੈ? ਹੁਣ ਮੈਂ ਤੁਹਾਨੂੰ ਅਗਲੀ ਗੱਲ ਥੋੜੀ ਜਿਹੀ ਹੋਰ ਜ਼ਿਕਰ ਕਰਨਾ ਚਾਹੁੰਦਾ ਹੈ ਕਿ 15 ਆਰਟੀਕਲ 15 ਦੇ ਵਿੱਚ 15A 15 ਕਸਰ 4 15 ਕਸਰ 4A ਇਹਨੂੰ ਜਦ ਤੁਸੀਂ ਪੜ੍ਹੋਗੇ ਉਸ 'ਚ ਮੂਲ ਰੂਪ 'ਚ ਕੀ ਲੱਭੇਗਾ ਕਿ ਭਾਰਤ ਦੀਆਂ ਜਨਤਕ ਥਾਵਾਂ ਤੋਂ, ਉਹਨਾਂ ਦੀ ਵਰਤੋਂ ਤੋਂ, ਉਹਨਾਂ 'ਚ ਘੁੰਮਣ ਤੋਂ, ਉਹਨਾਂ 'ਚ ਜਾਣ ਤੋਂ ਕੋਈ ਬੰਦਿਸ਼ ਨਹੀਂ ਰੋਕ ਸਕਦੀ। ਔਰ ਪੂਰਨ ਤੌਰ ਤੇ ਆਜ਼ਾਦੀ ਦਿੱਤੀ ਜਾਂਦੀ ਹੈ ਭਾਰਤੀ ਮਨੁੱਖ ਨੂੰ। ਉਹ ਮਨੋਰੰਜਨਾਂ 'ਚ ਜਾ ਸਕਦਾ ਹੈ, ਸਾਂਝੀਆਂ ਥਾਵਾਂ ਤੇ ਜਾ ਸਕਦਾ ਹੈ, ਉਹ ਖੂਹਾਂ ਤੋਂ ਪਾਣੀ ਲੈ ਸਕਦਾ ਹੈ, ਤਲਾਵਾਂ ਤੋਂ ਪਾਣੀ ਲੈ ਸਕਦਾ ਹੈ, ਘਾਟਾਂ ਤੇ ਬੈਠ ਸਕਦਾ, ਜਾ ਕੇ ਨਹਾ ਸਕਦਾ ਹੈ, ਸੜਕਾਂ ਤੇ ਘੁੰਮ ਸਕਦਾ ਹੈ ਤੇ ਜਨਤਕ ਥਾਵਾਂ ਦੇ ਉੱਤੇ ਜਾ ਕੇ ਬੈਠ ਸਕਦਾ ਹੈ। ਹੁਣ ਕੋਈ ਸੋਚੇ ਕਿ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਉਹਨੂੰ ਖੂਹਾਂ ਤੇ ਚੜ੍ਹਨ ਨਹੀਂ ਦਿੱਤਾ ਗਿਆ, ਇਹਦਾ ਮਤਲਬ ਤਲਾਵਾਂ ਤੇ ਪਾਣੀ ਨਹੀਂ ਲੈਣ ਦਿੱਤਾ ਗਿਆ। ਦੁਨੀਆ 'ਚ ਕਦੇ ਕਿਸੇ ਮਨੁੱਖ ਨੇ ਪਾਣੀ ਵਾਸਤੇ ਸੰਘਰਸ਼ ਨਹੀਂ ਕੀਤਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਭਾਰਤ ਦੇ ਵਿੱਚ ਪਾਣੀ ਲੈਣ ਵਾਸਤੇ ਸੰਘਰਸ਼ ਕੀਤਾ। ਪਹਿਲੀ ਵਾਰ ਕਿਸੇ ਤਲਾਅ ਦੇ ਉੱਤੇ ਪਾਣੀ ਪੀਣ ਗਏ ਅੰਬੇਡਕਰ ਤੇ ਉਹਦੇ ਸਾਥੀ ਆ ਜਿਹੜੇ, ਉਹਨਾਂ ਨੂੰ ਬ੍ਰਾਹਮਣਾਂ ਨੇ, ਹਿੰਦੂਆਂ ਨੇ ਪੂਰੀ ਤਰ੍ਹਾਂ ਡਾਂਗਾਂ ਨਾਲ ਕੁੱਟਿਆ ਔਰ ਉਹਨਾਂ ਦੇ ਜਿਹੜੇ ਉੱਥੇ ਜੋ ਸਮਾਨ ਰੱਖਿਆ ਸੀ ਉਹ ਅੱਗ ਲਾਈ। ਔਰ ਅਗਰ ਅੰਗਰੇਜ਼ ਦੀ ਸੁਰੱਖਿਆ ਨਾ ਹੁੰਦੀ ਤਾਂ ਡਾਕਟਰ ਅੰਬੇਡਕਰ ਨੂੰ ਮਾਰਨ ਦਾ ਪੂਰਾ ਬੰਦੋਬਸਤ ਕੀਤਾ ਜਾ ਚੁੱਕਿਆ ਸੀ। ਔਰ ਇਹਨਾਂ ਸਾਰੇ ਮਾੜੇ ਪ੍ਰਬੰਧਾਂ ਤੋਂ ਜਿਹੜੇ ਉਸ ਵੇਲੇ ਹਿੰਦੂ ਤਾਕਤਾਂ ਨੇ, ਬ੍ਰਾਹਮਣੀ ਤਾਕਤਾਂ ਨੇ ਕੀਤੇ ਹੋਏ ਸੀ, ਉਹਨਾਂ ਤੋਂ ਬਚਾ ਕੇ ਲੋਕ ਬਾਬਾ ਸਾਹਿਬ ਨੂੰ ਕੱਢ ਕੇ ਲਿਆਏ। ਪਾਣੀ ਵਾਸਤੇ ਸੰਘਰਸ਼ ਕਰਨਾ ਪਿਆ। ਖੂਹਾਂ ਤੇ ਨਹੀਂ ਚੜ੍ਹਨ ਦਿੰਦਾ ਸਾਨੂੰ ਕੋਈ। ਈਵਨ ਤਲਾਵਾਂ ਦੇ ਉੱਤੇ, ਛੱਪੜਾਂ ਦੇ ਉੱਤੇ ਕੋਈ ਪਾਣੀ ਨਹੀਂ ਸੀ ਪੀਣ ਦਿੰਦਾ। ਇਹ ਹੈ ਜਿਹੜੀ ਬੁਨਿਆਦੀ ਗੱਲ ਹੈ
कि भारतीय संविधान ने आर्टिकल 15 च 15+4 च 15+4 ए दे विच ये पक्का बंदोबस्त किया कि कोई भी जनतक थावां तो उहदी वरतों तो किसी भारती नूं रोक नहीं सकता। और इसे आर्टिकल च लिखिया होया है कि जे सरकार चाहे तो भारत के जिहड़े SC ST लोग है, अगर इन्हों सरकार नूं इन्हां दे वरतों करन वेले विशेष प्रबंध करने पैण तो भारत का कोई विधान उन्होंने रोक नहीं सकता। ये 15+4 ए च दर्ज है। और जिहड़े लोग ये कहते हैं कि डॉक्टर अंबेडकर ने संविधान नहीं लिखा या यह संविधान लिखा ही नहीं गया, वैसे तो बहुत कुछ कहने जी करता है, पर साडा इत्थे मतलब दुनिया नाल सियाणपां जिहड़ियां सियाणपां है उन्हां दी सांझ पाउणा है कि की डॉक्टर अंबेडकर तो बिना ये आदमी लिख सकता है कि जनतक थावां दी खुली वरतों करेगा मनुख भारत दा और उन्हें पूर्ण आजादी दी जाती है। कि डॉक्टर अंबेडकर तो बिना कोई आदमी ये लिखेगा कि जिहड़ी राज सरकार है अगर वो हमेशा लई इन्हां जनतक थावां दी वरतों तो बंदिश ला के बाहर रखे गए लोगों वास्ते SC ST वास्ते अनटचेबल लोगों वास्ते बंदोबस्त कर दिया कोई, तो कोई दूजा विधान उन्होंने रोक नहीं सकता। ये 15+4 ए च है। कि तुसी उम्मीद करते हो कि बाबा साहब तो बिना यह जा इस हद तक जाके कोई आदमी प्रबंध कर सकता? हुण 16+4 ए आर्टिकल है जिहड़ा उहदे च SC ST OBC जातियां जिहड़ियां उन्हां दे इन्हां अधिकारां दी वरतों दे उत्ते होर विशाल रूप दे विच विधानक अधिकार है जिहड़े उन्हां नूं सुरक्षित कीता गया। जानी जेड़े बंदे नूं जेड़े बंदे ने अज तक 15 अपना संविधान नहीं वेख्या, चाहे वह IAS हो IPS हो कुछ भी हो, चाहे यूनिवर्सिटी का चांसलर हो वाइस चांसलर हो, की फर्क पैंदा? चाहे किड्डियां भी डिग्रियां लई बैठा हो, किड्डे भी कुर्सी ते बैठा हो, उन्हें भारत का संविधान नहीं वेख्या, उन्होंने की पता 15+4 15+4 ए 16+4 16+4 ए या 15 आर्टिकल 16 आर्टिकल हुंदा की है, उन्होंने की पता? ते जेड़े टीचर ने जेड़े प्रोफैसर ने जेड़े हेड ऑफ द डिपार्टमेंट ने संविधान नहीं वेख्या, वो पढ़ाऊगा की? यही कारण है कि मैं राजनीति शास्त्र की MA करता होया इन्हां अधिकारां दे जिक्र सुनता रहा, पर कोई प्रोफैसर कोई टीचर इहदे ते कोई चानन नहीं पा सकता। ये किसी के वस का रोग नहीं। जिहड़े लोग अंबेडकर नूं नफरत करते हैं वो भारतीय संविधान नूं भी नफरत करते हैं। जिन्हां नूं धार्मिक ग्रंथां तो बिना सवेरे शाम झाड़ा नहीं उतरदा, राम नाम कीते बिना जिहड़े मनुख नूं हाजत नहीं आउंदी, वो मनुख डॉक्टर अंबेडकर के संविधान तो की लेना? डॉक्टर अंबेडकर का संविधान किस काम का है? उन्होंने बोलना मिल गया, सुनना मिल गया, लिखना मिल गया, उन्होंने पढ़ाना मिल गया, पढ़ना मिल गया।
किताबां विकणियां मिल गई, डिग्रियां मिल गई, नौकरियां मिल गई, तरक्कियां मिल गई, उन्होंने घर पक्के पा रहे, उन्होंने सुक्के टुक आ जिहड़े वो परौंठियां च बदल गए, और उन्होंने चटनी है जिहड़ी वो लैग पीसां च बदल गई, और उन्होंने पाए हुए चीथड़े वो हजारां हजारां के सूटां च बदल गए, और उन्होंने टुटे हुए छित्तर कारां च बदल गए, मोटरसाइकिलों च बदल गए। उन्होंने जरूरत भी की अंबेडकर की, उन्होंने जरूरत भी की है भारतीय संविधान। भारतीय संविधान है जिहड़ा उन्होंने काम की चीज की है, उन्होंने काम वास्ते मटियां है, धार्मिक स्थान है, लखां साध है, लखां पुजारी है, जिन्हां तो बिना उन्होंने जिंदगी च चैन नहीं आती, वो हैगे आ। जानी असीं एडे ढीठ लोग हैं कि जिंदगी का सच साडे सामने पिया है, असीं अखां मीच के लंघ जाते हैं, उहदे कोल बू आउंदी है सानूं उहदे च, ते जिहड़ियां चीज़ां चों बू आउणी चाहीदी है, जिहदे कोल दी भी नहीं लंघना चाहिदा, उत्थे हड्डियां गोडे रगड़न जांदे आ। ये साडी अजीब स्थिति है इस समाज की कि असीं जिन्हें तकदीर बदली, जिस विधान ने साडा जिउणा वापस किया, जिस विधान ने साडी जीवन के अधिकारां नाल साडी झोली भरती और बिना मंगिया झोली भरती, वो साडी फुट्टी अख दे याद नहीं है। ते जिन्हां ने हजारां साल साडा जिउणा हराम करया, साडा मरना भी हराम करता, साडे सिवे भी बकरे करते, साडी जिंदगी दे सुख चैन जड़ा वो भी खो लिया, और सानू जलील या तो जलालत दी या अपमान दिता, साडा मान सन्मान भी साडा खो लिया, साडी औरत नूं भी पूरी तरह लुट लिया। असीं उन्हां दी पूजा च लगे हुए, असीं उहदे मूहरे हड्डियां गोडे रगड़ रहे हैं। कि इदों भी गया गुजरिया समाज कोई हुंदा? तुसीं किहड़े पढ़े लिखिया दीयां गल्लां करदे आपां? किन्ना पढ़िया लिखिया दी गल करदे आपां? किहड़े स्कॉलरां दी गल करदे आ जिन्हां ने जिंदगी ढेरां दे ढेर किताबां लिखतियां और जिन्हां दे प्यो दादियां नूं कदे स्कूल दा मूंह नहीं देखण दिता और घड़ीसिया धर के सणे औरतां और उन्होंने ढेरां दे ढेर पुस्तकां लिखतियां और अंबेडकर नूं सूर वांगू वेखदे आ। मैं खास करके पंजाब दे वो स्कॉलर जिहड़े शूद्रां च पैदा होए, जट्टां तखाणा नाइयां झेबियां चौरां मजबियां चमारां नाइयां बाजीगरां च पैदा होए, घमियारां च पैदा होए। मैं जो इन्हां जातियां दा नाम लै रहा तो मैनूं सैकड़े स्कॉलर याद आ रहे हैं जिन्हां दी किताबां जिहड़ियां वो लखां लखां च विकियां। और उन्हां दी एक भी किताब नहीं है, सिंगल बुक, जिहदे च भारतीय संविधान की गल लिखी होवे जां जिहदे च डॉक्टर अंबेडकर का नाम लिखिया होवे। बड़े बड़े अफलातून है पंजाब च। मैं भारत नूं रिप्रजेंट करदा पंजाब राही, मेरा मतलब कहने तो मैं भारत की गल ही कर रहा पर पंजाब की गल सामने रख के कर रहा कि जिहड़े बड़े बड़े अफलातून है जिन्हां दी किताबां दुनिया भर दे विच ट्रांसलेट होईयां है,
ਭਾਰਤ ਦੀਆਂ ਭਾਸ਼ਾਵਾਂ 'ਚ ਟਰਾਂਸਲੇਟ ਹੋਈਆਂ ਔਰ ਜਿਨ੍ਹਾਂ ਨੂੰ बड़े ਵੱਡੇ ਵੱਡੇ सरकारी रुतबे भी मिले है, जनता ने भी उन्होंने पढ़िया है और उन्होंने किताबां पढ़ने वास्ते स्कूलों कॉलेजां यूनिवर्सिटियां च लगियां हुई हैं। उन्होंने दी किताबां च किते एक भी पन्ने दे उत्ते ना भारतीय संविधान का जिक्र है और ना डॉक्टर अंबेडकर का जिक्र है कि इदों वध निगरिया होया समाज दुनिया च किते लभ सकता है कि जो मैं बोल रहा 15/4 15/4 ए 16/4 16/4 ए ये जिहड़े आर्टिकल है संविधान दे कदे उन्होंने वेखे वो अफलातून लोग है जिहड़े कि उन्होंने कदे वेखे कदे संविधान वेख्या उन्होंने कदे उन्होंने पढ़े ये कदे उन्होंने वेख्या कि उन्हों का जिक्र है ये मैं ना नहीं लै रहा सैकड़े आदमी मेरे सामने खड़े आओ कि उन्होंने कदे संविधान वेख्या कदे उन्होंने वेख्या कि उन्होंने नाम ये दर्ज है उन्होंने जात का नाम दर्ज है ये और उहदे अधिकारां दा चिट्ठा ये लिखा होया है। और अपने आप को नास्तिक भी समझते हैं वो कहते हैं कि असीं ईश्वर नूं नहीं मनते ते जिहड़े ईश्वर नूं मनते हैं उन्होंने पुछ के वेख लो जिहड़े नहीं मनते उन्होंने पुछ के वेख लो उन्हां दी किताबां चक के वेख लो किसी एक सफ़े ते एक भी लाइन लभ जाए तो असीं देणदार है और तो वो कहते हैं कि संविधान सानूं प्रवान नहीं है तकी इहे जे लोकां नूं आज़ादी का अधिकार है। और मैं जिहड़ी गल कह के हटिया है कि प्रोफैसर पूर्ण सिंह ने बकायदा तौर पर अंग्रेज सरकार नूं चिट्ठी लिखी 15 सफ़े की कि भारत दे इन्हां लोकां नूं आज़ादी ना दित्ती जाए। ये प्रोफैसर पूर्ण सिंह की चिट्ठी है किते मेरे रिकॉर्ड छपी हुई है कि काबिल नहीं है ये आज़ादी के काबिल नहीं है। पहला नूं उन्होंने ये भी लिखा कि इन्हां लोकां नूं आज़ादी के काबिल बनाया जाए पहला आज़ादी के काबिल बनाया जाए फिर इन्होंने आज़ादी दी जाए। बाबा साहब डॉक्टर अंबेडकर ने भी 46 कहा कि एडी जल्दी उन्होंने आज़ादी नहीं मिलनी चाहिए क्यों क्योंकि वो आज़ादी के काबिल नहीं बने अजे। पर पंडित नेहरू वर्गे जानते सी कि एक बारी समा लंघ गया मुड़ के ब्राह्मणों के हथ नहीं आना। जिन्हों चाचा चाचा कह के असी जबान खुश कर ली आपदी मैं जो ਉਹਦੇ बारे पढ़दा है ਜਦੋਂ ਉਹਨੂੰ समझण की कोशिश करता है तो जो ਉਹਦੇ संविधानक ਜਿਹੜੇ संविधानक संघर्ष होए है उन्होंने विच भूमिका ਨੂੰ समझदा है या भारत की आज़ादी की भूमिका जिहड़ी ਉਹਦੀ समझण की कोशिश करता है तो मैनूं अजीब लगता है देश मैनूं तो अपने आप से शर्म आउंदी है कि मैं जो चौथी पंजवीं सी तो मैं तिरंगा झंडा लैके जिन्हों जो तिरंगा भी नहीं है चरंगा है 4 रंगा वो शोक चक्कर का रंग नीला है और जदों मैं झंडा लैके स्टेज ते दूजे बच्चों नाल चलदा तो इको ही गीत गाया जाता साथों कि देश आजाद कराया चाचे नेहरू ने देश आजाद कराया बापू गांधी ने ते आजादी देने वाला संविधान साडी तकदीर बदलने वाला संविधान वो साडे फरिश्तियां दे भी नहीं याद आया कभी। मैं अज अपनी जिंदगी के बहुत बड़े निकलने तो बाद उसकी चर्चा कर रहा जिस गल की समझ मैनू 80-81 च पै गई उसकी अज चर्चा कर रहा। तो मेरे वीरों मैं ये सारिया गल्लां क्यों रख रहा थोड़े सामने कि जिन्होंने यह कहना कि सानू अंबेडकर मंजूर नहीं
जिन्हां ने यह कहना कि सानूं संविधान मंजूर नहीं, वो भी साडे सामने खड़े है। सवाल यह है कि जिन्हां लोगों ने हजारां साल तक अपना अपमान कराया, कतल करवाए, अपने जानवरों की तरह जिवे, जिन्होंने पानी तक नसीब नहीं होया, पानी तक का संघर्ष करना पिया, जिन्होंने अज जो संविधान करके वो बड़ियां बड़ियां कुर्सियां ते गए है कि कदे उन्होंने संविधान वेख्या कि उन्होंने कदे 15 कसर 4A आर्टिकल पढ़िया कि 16 कसर 4 या 4A आर्टिकल पढ़िया कि उन्होंने भारत के बुनियादी सिद्धांत है जिहड़े मनुखी आजादी दे कदे उन्हां ते चर्चा करी, कदे उन्हां ते अपना दिमाग मारिया, कदे अपने बच्चों को दस्सिया ने। असी मोटरसाइकिल लेते, स्कूटर लेते, टाइयां लवातियां, वैनां ते बच्चे चढ़ाते, डिग्रियां लैण तोरते, लखों लखां रुपया खर्च करता, लखां रुपए दी फीसां देतियां, ते जिन्हां ने जिस संविधान ने उन्होंने गलियां च निकलण का अधिकार दिता, तलावां ते जाण का अधिकार दिता, खूहां तो पानी लैण का अधिकार दिता, मनोरंजन वाली थां ते जाण का अधिकार दिता, जनतक थावां ते जाण का अधिकार दिता, सड़कों ते तुरन का अधिकार दिता, कपड़े पाउण का अधिकार दिता, घर बनाउण का अधिकार दिता, जमीनां लैण का अधिकार दिता, स्कूल जाण का अधिकार दिता, कॉलेज जाण का अधिकार दिता, यूनिवर्सिटी जाण का अधिकार दिता, डिग्री लैण का अधिकार दिता, नौकरी पाउण का अधिकार दिता, तरक्की पाउण का अधिकार दिता, वड्डियां तो वड्डियां कुर्सियां ते जाके बिठाया। कदी अपने बच्चों नूं दस्सिया किसी ने, कदे अपने जवाकां नूं दस्सिया किसी ने? कोई भला मानस दसोगे तुसीं कि हाँ ये भला मानस दसदा है अपने लोगों नूं, अपने बच्चों नूं? कि कदे किसी औरत ने, भारती ने हजारां औरतां इकट्ठियां करके कदे डॉक्टर अंबेडकर का नाम दस्सिया किसी औरत ने? ये औरतां जिहड़ियां साडियां, जिन्हां दे पैरां जुत्ती नहीं सी हुंदी, जिन्हां दी सुथरा कमीजां पाटियां हुंदियां सी, और मन मैल जिन्हां दे पिंडियां ते जम्मी हुंदी सी, और हत्थां दे विच जिहड़ा गोहा मूत है जिहड़ा वो जम्मिया हुंदा सी, वो अज डिग्रियां लैके नौकरियां पा के उच्चे रुतबे ते पहुंचियां। कदे उन्होंने अपने बच्चों को दस्सिया कि बाबा साहब डॉक्टर अंबेडकर ने की कीता, जां भारतीय संविधान ने की कीता? कदी उन्होंने दस्सिया कि उन्होंने तो घर चों बाहर निकलने का अधिकार नहीं सी, और स्कूल गईयां, कॉलेज गईयां, यूनिवर्सिटी गईयां, और बड़े बड़े रुतबे ते पहुंच गया? कदे दस्सिया किसी ने? जे तुसीं ये गल्लां नहीं जानते, जिहदे ते तुहाडा दिमाग नहीं लगता, ते तुसीं सवेरे शाम 3-3 घंटे 4-4 घंटे राम राम करते हो, हर एतवार तुहाडा संगतां च गुजरदा है, और हर टाइम तुहाडा किसी ना किसी भजन बंदगी च गुजरदा है। तुसीं मंदिरां गुरुद्वारियां च मठां दे उत्ते जसादियां दी चौकियां भरन जांदे हो, पर कदे सोचिया किसी ने कि तुहाडे ये गली च निकलण दा अधिकार, तुहाडा बोलण दा अधिकार, तुहाडा देखण दा अधिकार, तुहाडा सुणन दा अधिकार, ये तुहानूं कित्थों मिलिया? और वो लोग जिहड़े अज अरबां अरबां रुपए की जायदाद जिहड़ी इकट्ठी करके उन्होंने बड़े बड़े मंदिर गुरुद्वारे उसार ले है, कदे उन्होंने सोचा है कि 1950 तो पहला तुहाडी ये हालत क्यों नहीं सी? 1950 तो पहला तुहानूं जुत्तियां च क्यों बिठाया जाता सी? 1950 तो पहला तुहानूं कोई सीधे मूँह पानी नहीं सी दिंदा, रोटी नहीं सी दिंदा। अज तुसीं अरबां रुपए दे मालक बन गए, अज तुसीं कोटियां कारां दे मालक बन गए, फिर तुहाडा ईश्वर उतरिया है।
ਤਾਂ ਮੇਰੇ ਵੀਰੋ, ਮੈਂ ਜਿਹੜੀ ਚਰਚਾ ਕਰ ਰਿਹਾ ਮੇਰਾ ਮਨ ਕਰਦਾ ਸੀ ਕਿ ਮੈਂ ਇਹਨੂੰ ਬੰਦ ਕਰ ਦਿਆਂ, ਕਿ ਬਹੁਤ ਬੋਲ ਲਿਆ, ਬਹੁਤ ਕਹਿ ਲਿਆ। ਫਿਰ ਮਨ ਚ ਇੱਕ ਗੱਲ ਆਈ ਕਿ ਜੇ ਬੋਲਾਂਗੇ ਨਹੀਂ ਤਾਂ ਸੁਣੂਗਾ ਕੌਣ, ਤੇ ਜੇ ਸੁਣੂਗਾ ਕੋਈ ਨਹੀਂ ਤਾਂ ਉਹਦੀ ਖੋਪੜੀ ਚ ਗੱਲ ਕਿਵੇਂ ਜਾਏਗੀ? ਅਗਰ ਉਹਦੀ ਕਿਸੇ ਦੀ ਖੋਪੜੀ ਚ ਗੱਲ ਨਹੀਂ ਜਾਂਦੀ ਤਾਂ ਸਮਝੇਗਾ ਕਿਵੇਂ? ਤੇ ਜਿਹੜਾ ਸਮਝਣ ਨਹੀਂ ਲੱਗੇਗਾ ਉਹਨੂੰ ਸੱਚ ਦਾ ਪਤਾ ਕਿਵੇਂ ਲੱਗੂਗਾ? ਇਸ ਕਰਕੇ 14 ਅਪ੍ਰੈਲ ਦੀ ਥਾਂ ਤੇ ਅੱਜ 27 ਅਪ੍ਰੈਲ ਹੋ ਗਿਆ। ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਭਾਰਤੀ ਸੰਵਿਧਾਨ ਦੀ ਮੋਟੀ ਗੱਲ ਤੁਹਾਡੇ ਸਾਹਮਣੇ ਰੱਖ ਕੇ ਇਸ ਚੈਪਟਰ ਨੂੰ ਇੱਕ ਵਾਰੀ ਕਲੋਜ਼ ਕਰ ਦਿਆਂ, ਬੰਦ ਕਰ ਦਿਆਂ। ਪਰ ਮੇਰੇ ਦਿਲ 'ਚ ਇੱਕ ਗੱਲ ਜ਼ਰੂਰ ਹੈ ਕਿ ਘੱਟੋ ਘੱਟ ਭਾਰਤੀ ਸੰਵਿਧਾਨ ਦੇ ਉਹ ਹਿੱਸੇ ਤੁਹਾਡੇ ਸਾਹਮਣੇ ਰੱਖ ਦਿਆਂ ਜਿਨ੍ਹਾਂ ਹਿੱਸਿਆਂ ਨੇ ਤੁਹਾਡੀ ਤਕਦੀਰ ਬਦਲੀ ਹੈ। ਈਸ਼ਵਰ ਨਹੀਂ ਆਇਆ, ਕੋਈ ਦੇਵੀ ਦੇਵਤਾ ਨਹੀਂ ਆਇਆ। ਸਰਸਵਤੀ ਵਿਦਿਆ ਦੀ ਦੇਵੀ ਹੈ। ਸਭ ਤੋਂ ਵੱਧ ਅਨਪੜ੍ਹ ਲੋਕ, ਉਜੜ ਲੋਕ ਭਾਰਤ ਦੇ ਆ। ਜੇ ਵਿਦਿਆ ਦੀ ਦੇਵੀ ਆ ਉਹ, ਤਾਂ ਤੁਸੀਂ ਅਨਪੜ੍ਹ ਕਿਉਂ? ਤੁਸੀਂ ਪੜ੍ਹੇ ਲਿਖੇ ਵੀ ਅਨਪੜ੍ਹ ਕਿਉਂ? ਜੇ ਗਣੇਸ਼ ਗਿਆਨ ਦਾ ਦੇਵਤਾ ਹੈ ਤਾਂ ਸਾਨੂੰ ਅਕਲ ਕਿਉਂ ਨਹੀਂ ਆਈ? ਅਸੀਂ ਪੜ੍ਹ ਲਿਖ ਵੀ ਗਏ, ਡਿਗਰੀਆਂ ਵੀ ਲੈ ਲਈਆਂ, ਸਾਡੀ ਮੱਤ ਟਿਕਾਣੇ ਕਿਉਂ ਨਹੀਂ ਆਈ? ਇਹ ਸਾਰੇ ਸਵਾਲ ਸਾਡੇ ਸਾਹਮਣੇ ਆ। ਇਹਨਾਂ ਸਾਰੇ ਸਵਾਲਾਂ ਬਾਰੇ ਸੋਚਣਾ ਹੈ ਕਿ ਜਿਹੜੇ ਲੋਕਾਂ ਨੇ ਇਹ ਲਿਖਿਆ ਕਿ ਸਾਨੂੰ ਇਹ ਸੰਵਿਧਾਨ ਪ੍ਰਵਾਨ ਨਹੀਂ, ਉਹਨਾਂ ਨੂੰ ਤੁਸੀਂ ਸੱਤਾ 'ਚ ਬਿਠਾਤਾ। ਉਹ ਸੱਤਾ 'ਚ ਹੈ ਔਰ ਉਹ ਸੱਤਾ 'ਚ ਪਹੁੰਚਦੇ ਹੀ ਉਹਨਾਂ ਨੇ ਸੰਵਿਧਾਨ ਨੂੰ ਖਤਮ ਕਰਨ ਦਾ ਕੰਮ ਸ਼ੁਰੂ ਕਰਤਾ। ਜਾਣੀ ਅਸੀਂ ਇੰਨੇ ਸਿਆਣੇ ਹੋ ਗਏ ਕਿ ਜਿਨ੍ਹਾਂ ਨੇ ਸੰਵਿਧਾਨ ਦੇ ਖਿਲਾਫ ਬੱਤਾ ਪਾਇਆ ਉਹਨਾਂ ਨੂੰ ਚੱਕ ਕੇ ਸੱਤਾ 'ਚ ਭੇਜਤਾ, ਔਰ ਉਹਨਾਂ ਨੇ ਸੱਤਾ 'ਚ ਜਾਂਦਿਆਂ ਹੀ ਤੁਹਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਸ਼ੁਰੂ ਕਰਤਾ। ਏਡੇ ਸਲੱਗ ਲੋਕਾਂ ਸੀ, ਏਡੇ ਸਿਆਣੇ ਤੇ ਸਕਾਲਰ ਲੋਕਾਂ ਸੀ, ਏਡੇ ਬੁੱਧੀਮਾਨ ਸੀ, ਏਡੇ ਵੱਡੇ ਅਫਲਾਤੂਨ ਸੀ। ਸੰਵਿਧਾਨ ਖਤਰੇ 'ਚ ਹੈ। ਸੰਵਿਧਾਨ ਨੂੰ ਪੂਰਾ ਖਤਰਾ ਹੈ। ਔਰ ਮੈਂ ਇਹ ਸਮਝਦਾ ਕਿ ਜਿਹਨੇ ਲਿਖਿਆ ਕਿ ਸੰਵਿਧਾਨ ਸਾਨੂੰ ਪ੍ਰਵਾਨ ਨਹੀਂ, ਉਹ ਜ਼ਿੰਮੇਵਾਰ ਨਹੀਂ ਹੈ। ਜ਼ਿੰਮੇਵਾਰ ਅਸੀਂ ਹੈ ਜਿਨ੍ਹਾਂ ਨੇ ਸੰਵਿਧਾਨ ਦੇ, ਦੇਸ਼ ਦੇ ਅਧਿਕਾਰਾਂ ਦੇ ਵਿਰੋਧੀਆਂ ਨੂੰ ਸੱਤਾ 'ਚ ਪਹੁੰਚਾਇਆ। ਅਸੀਂ ਜ਼ਿੰਮੇਵਾਰ ਹਾਂ। ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਕਿਵੇਂ ਭੱਜਾਂਗੇ? ਉਹ ਤਾਂ ਲਿਖ ਕੇ ਦੇ ਰਿਹਾ ਕਿ ਇਹ ਸੰਵਿਧਾਨ ਪ੍ਰਵਾਨ ਨਹੀਂ, ਤੇ ਅਸੀਂ ਨਿੱਕੇ ਨਿੱਕੇ ਲਾਲਚ ਉਹਨਾਂ ਦੇ ਪਿੱਛੇ ਆਪਣੀ ਤਾਕਤ ਸਾਰੀ ਦੀ ਸਾਰੀ ਭੇਟ ਕਰਤੀ। ਦੋਸ਼ੀ ਉਹ ਨਹੀਂ ਹੈ, ਦੋਸ਼ੀ ਅਸੀਂ ਹੈ। ਤਾਂ ਮੈਂ ਵੀਰੋ ਅੱਜ ਦੇ ਇਸ ਚੈਪਟਰ 'ਚ ਇੰਨਾ ਹੀ ਬੋਲ ਕੇ ਅਗਲੇ ਚੈਪਟਰ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੂੰਗਾ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।